ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਰੁਣ ਬਾਂਸਲ ਇਮੀਗ੍ਰੇਸ਼ਨ ਤੋਂ। ਜੇ ਤੁਸੀਂ ਓਵਰਸੀਜ਼ ਤੋਂ ਤੁਹਾਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ RN ਬਣਨਾ ਚਾਹੁੰਦੇ ਹੋ, ਪਰ ਤੁਹਾਨੂੰ ਪ੍ਰੋਸੀਜਰ ਨਹੀਂ ਪਤਾ, ਤਾਂ ਅੱਜ ਦਾ ਇਹ ਸੈਸ਼ਨ ਤੁਹਾਡੇ ਲਈ ਬਹੁਤ ਹੀ ਖਾਸ ਹੋਏਗਾ, ਕਿਉਂਕਿ ਇਸ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਕਿ ਤੁਸੀਂ ਕਿਵੇਂ ਆਸਟ੍ਰੇਲੀਆ ਦੇ ਵਿੱਚ RN ਬਣ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜੀ ਮੇਨ ਤੇ ਬੇਸਿਕ ਜਾਣਕਾਰੀ, ਜਿਹੜੀ RN ਆਸਟ੍ਰੇਲੀਆ ਦੇ ਵਿੱਚ ਬਣਨ ਵਾਸਤੇ ਦੋ ਅਥਾਰਟੀਆਂ ਦੇ ਹੋਣਾ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣਾ ਚਾਹੀਦਾ ਹੈ, ਚਾਹੇ NMBA ਜਾਂ ਫਿਰ APRA। ਦੋਨਾਂ ਦੇ ਵਿੱਚੋਂ ਜੇ ਤੁਹਾਡੀ ਰਜਿਸਟ੍ਰੇਸ਼ਨ ਕਿਸੇ ਵਿੱਚ ਹੋ ਜਾਂਦੀ ਹੈ ਤਾਂ ਤੁਸੀਂ RN ਬਣਨ ਲਈ ਐਲੀਜੀਬਲ ਹੋ ਸਕਦੇ ਹੋ। ਇਸ ਦਾ ਅਲੱਗ-ਅਲੱਗ ਪ੍ਰੋਸੀਜਰ ਹੈ ਤੇ ਅਲੱਗ-ਅਲੱਗ ਇਸ ਦੀ ਰਿਕੁਆਇਰਮੈਂਟਸ ਨੇ। ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਇਹ ਰਿਕੁਆਇਰਮੈਂਟਸ ਕੀ ਨੇ, ਸਭ ਤੋਂ ਪਹਿਲਾ ਰਿਕੁਆਇਰਮੈਂਟ ਇਹਨਾਂ ਦੀ ਹੈਗੀ ਇੰਗਲਿਸ਼ ਪ੍ਰੋਫੀਸ਼ੀਐਂਸੀ, ਸੈਕਿੰਡ ਹੈਗੀ ਇਹਨਾਂ ਦੀ ਤੁਹਾਡੀ ਕ੍ਰਿਮੀਨਲ ਹਿਸਟਰੀ, ਤੀਜੀ ਹੈਗੀ ਤੁਹਾਡੀ ਰੀਸੈਂਸੀ ਆਫ ਪ੍ਰੈਕਟਿਸ, ਤੇ ਫੋਰਥ ਹੈਗੇ ਪ੍ਰੋਫੈਸ਼ਨਲ ਇੰਡੈਮਨਿਟੀ ਇੰਸ਼ੋਰੈਂਸ। ਇਸ ਤੋਂ ਬਾਅਦ ਜੇ ਆਪਾਂ ਕਹੀਏ ਕਿ OBA ਤੁਹਾਡੀ ਆਊਟਕਮ ਬੇਸਡ ਅਸੈਸਮੈਂਟ ਤੁਹਾਡੀ ਕਿਵੇਂ ਹੋਏਗੀ, ਇਸ ਦੇ ਤਿੰਨ ਸਟਰੀਮ ਨੇ, ਸਟਰੀਮ A, B ਐਂਡ C। ਸਭ ਤੋਂ ਪਹਿਲਾਂ ਤੁਹਾਨੂੰ ਦੇਖਣਾ ਕਿ ਤੁਹਾਨੂੰ ਸੈਲਫ ਚੈੱਕ ਕਰਨਾ। ਇਹ ਜਿਹੜਾ ਸੈਲਫ ਚੈੱਕ ਆ, ਇਹ ਤੁਹਾਡੀ ਕੁਆਲੀਫਿਕੇਸ਼ਨ ਚੈੱਕ ਤੁਸੀਂ ਖੁਦ ਕਰ ਸਕਦੇ ਹੋ ਕਿ ਤੁਸੀਂ ਕੁਆਲੀਫਾਈਡ ਹੋ ਸਕਦੇ ਹੋ ਜਾਂ ਨਹੀਂ ਹੋ ਸਕਦੇ। ਇਸ ਦੀ ਕੋਈ ਫੀਸ ਨਹੀਂ ਹੈਗੀ। ਉਸ ਤੋਂ ਜੇ ਤੁਹਾਡੀ ਸੈਲਫ ਚੈਕਿੰਗ ਤੁਹਾਨੂੰ ਕਰ ਲਿਆ, ਉਸ ਤੋਂ ਬਾਅਦ ਤੁਹਾਡੇ ਤਿੰਨ ਸਟਰੀਮ ਦੇ ਵਿੱਚ ਤੁਸੀਂ ਫੋਲ ਕਰਕੇ ਆਪਣੇ ਕੁਆਲੀਫਿਕੇਸ਼ਨ ਅਸੈਸ ਕਰਾ ਸਕਦੇ ਹੋ। ਆਪਾਂ ਕਿ ਸਟਰੀਮ A ਹੈਗਾ ਸਬਸਟੈਂਸ਼ਲੀ ਇਕੁਵਲੈਂਟ, ਸਟਰੀਮ B ਤੁਹਾਡੀ ਕੁਆਲੀਫਿਕੇਸ਼ਨ ਰੈਲੀਵੈਂਟ ਆ ਬਟ ਨੋਟ ਸਬਸਟੈਂਸ਼ਲੀ ਇਕੁਵਲੈਂਟ, ਸਟਰੀਮ C ਤੁਹਾਡੀ ਕੁਆਲੀਫਿਕੇਸ਼ਨ ਨੋਟ ਸਬਸਟੈਂਸ਼ਲੀ ਇਕੁਵਲੈਂਟ ਆ। ਹੁਣ ਜੇ ਤੁਸੀਂ ਆਉਂਦੇ ਹੋ ਸਟਰੀਮ A ਦੇ ਵਿੱਚ, ਜੇ ਤੁਹਾਡੀ ਜਿਹੜੀ ਸਬਸਟੈਂਸ਼ਲੀ ਇਕੁਵਲੈਂਟ ਦੇ ਵਿੱਚ ਆਉਂਦੇ ਹੋ ਤਾਂ ਕੀ ਹੋਏਗਾ, ਇਹ ਤੁਹਾਨੂੰ ਆਪਣਾ ਸੈਲਫ ਚੈਕਿੰਗ ਕਰਨਾ ਜਿਸ ਦੀ ਕੋਈ ਫੀਸ ਨਹੀਂ ਹੈਗੀ। ਉਸ ਤੋਂ ਬਾਅਦ ਤੁਸੀਂ ਆਪਣਾ ਓਰੀਐਂਟੇਸ਼ਨ ਪਾਰਟ A ਤੇ ਰਜਿਸਟ੍ਰੇਸ਼ਨ ਪਹਿਲਾਂ ਕਰੋਗੇ, ਤੇ ਉਸ ਤੋਂ ਬਾਅਦ ਆਪਣੀ ਰਜਿਸਟ੍ਰੇਸ਼ਨ ਫੀਸ $175 ਤੇ ਐਪਲੀਕੇਸ਼ਨ ਫੀਸ $300 ਪੇ ਕਰਕੇ ਰਜਿਸਟ੍ਰੇਸ਼ਨ ਕਰਵਾ ਲਓਗੇ। ਠੀਕ ਹੈ ਜੀ। ਉਦੋਂ ਬਾਅਦ ਆ ਗਿਆ ਸਟਰੀਮ B। ਹੁਣ ਸਟਰੀਮ B ਦੇ ਵਿੱਚ ਕੀ ਆ, ਤੁਹਾਨੇ ਆਪਣੇ ਸੈਲਫ ਚੈਕਿੰਗ ਕੀਤਾ। ਇਹ ਮੋਸਟਲੀ ਇਹਦੇ ਵਿੱਚ ਉਹ ਆਉਂਦੇ ਨੇ ਜਿਹੜੇ ਆਪਣੇ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ, ਪਾਕਿਸਤਾਨ ਵਗੈਰਾ ਤੋਂ ਕੀਤੇ ਹੁੰਦੇ ਨੇ, ਉਹਨਾਂ ਦਾ ਇਹ ਪ੍ਰੋਸੀਜਰ ਫੋਲੋ ਹੋਏਗਾ। ਤੁਹਾਨੂੰ ਪਹਿਲਾਂ ਸੈਲਫ ਚੈਕਿੰਗ ਕਰਕੇ ਤੁਹਾਨੂੰ ਦੇਖ ਕੇ ਤੁਹਾਡੀ ਕੁਆਲੀਫਿਕੇਸ਼ਨ ਅਸੈਸ ਹੋ ਸਕਦੀ ਆ। ਫਿਰ ਤੁਸੀਂ ਕਰੋਗੇ ਅਸੈਸਮੈਂਟ ਫੀਸ ਪੇ ਕਰੋਗੇ $640। ਉਦੋਂ ਤੁਸੀਂ ਆਪਣਾ ਓਰੀਐਂਟੇਸ਼ਨ ਪਾਰਟ 1 ਤੇ ਪੋਰਟਫੋਲੀਓ ਬਣਾਓਗੇ। ਫਿਰ ਸੈਕਿੰਡ ਜਗ੍ਹਾ ਨੈਕਲੈਕਸ NCLEX, ਇਹਦੀ ਫੀਸ ਹੈਗੀ ਤੁਹਾਡੀ USA $350। ਜਿਹੜਾ ਇਹਦੇ ਵਿੱਚ ਹੋਏਗਾ ਮਲਟੀ ਚੋਇਸ ਕੁਐਸਚਨਸ, ਯਾਨੀ ਕਿ ਇਹ ਤੁਸੀਂ ਆਪਣਾ ਮਲਟੀ ਚੋਇਸ ਕੁਐਸਚਨ ਅਟੈਂਪਟ ਕਰਕੇ ਇਹ ਤੁਸੀਂ ਆਫਸ਼ੋਰ ਵੀ ਕਰ ਸਕਦੇ ਹੋ। ਜੇ ਤੁਸੀਂ ਆਸਟ੍ਰੇਲੀਆ ਨਹੀਂ ਆਏ ਤੇ ਤੁਸੀਂ ਓਵਰਸੀਜ਼ ਹੋ ਕੇ ਤੁਸੀਂ ਸੈਲਫ ਚੈਕਿੰਗ ਕੀਤਾ ਤੇ ਤੁਸੀਂ ਆਪਣਾ ਨੈਕਲੈਸ ਕਲੀਅਰ ਕਰ ਸਕਦੇ ਹੋ। ਜੇ ਤੁਹਾਡਾ ਨੈਕਲੈਸ ਕਲੀਅਰ ਹੋ ਗਿਆ, ਉਸ ਤੋਂ ਬਾਅਦ ਤੁਹਾਡਾ ਆਊਗਾ ਸਟੇਜ ਦੀ OSCE। ਜਿਹੜੀ OSCE ਅੱਜ ਕੱਲ੍ਹ ਸਿਰਫ ਐਡਲੇਡ ਦੇ ਵਿੱਚ ਹੋ ਰਹੀ ਆ, ਉਹ ਵੀ ਕੋਵਿਡ ਕਰਕੇ ਕੁਝ ਟਾਈਮ ਲਈ ਸਸਪੈਂਡ ਕੀਤੀ ਹੋਈ ਸੀ ਇਹਨਾਂ ਨੇ। ਤੇ ਤੁਸੀਂ OSCE ਦੀ ਫੀਸ ਹੈਗੀ $4000। ਤੁਸੀਂ OSCE ਹੈਗਾ ਪ੍ਰੈਕਟੀਕਲ ਐਗਜ਼ਾਮ, ਤੁਸੀਂ ਉਹ ਐਗਜ਼ਾਮ ਕਲੀਅਰ ਕਰਕੇ ਆਪਣੀ RN ਦੇ ਲਈ ਐਲੀਜੀਬਲ ਹੋ ਸਕਦੇ ਹੋ। ਤੇ ਤੁਸੀਂ ਓਰੀਐਂਟੇਸ਼ਨ ਪਾਰਟ 2 ਅਟੈਂਪਟ ਕਰੋਗੇ ਤੇ ਤੁਹਾਡੀ ਵਰਕ ਪਲੇਸ ਇੰਡਕਸ਼ਨ ਹੋ ਜਾਏਗੀ ਤੇ ਤੁਸੀਂ RN ਬਣ ਜਾਓਗੇ ਆਸਟ੍ਰੇਲੀਆ ਦੇ ਵਿੱਚ। ਹੁਣ ਜਿਹੜੀ ਸਟਰੀਮ B ਆ, ਇਹਦੇ ਵਿੱਚ ਹੁੰਦਾ ਕੀ ਹੈ, ਜੇ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਾਂ ਇਹ ਗੱਲ ਕਰੀਏ, ਸਭ ਤੋਂ ਪਹਿਲਾਂ ਤੁਸੀਂ ਕਰੋਗੇ, ਤੁਹਾਨੂੰ ਅਸੈਸਮੈਂਟ ਫੀਸ ਪੇ ਕਰਤੀ, ਤੁਸੀਂ ਪਹਿਲਾਂ ਓਰੀਐਂਟੇਸ਼ਨ ਪਾਰਟ 1 ਅਟੈਂਡ ਕਰੋਗੇ ਜਿਹਦੀ ਤੁਹਾਡੀ ਆਨਲਾਈਨ ਲਰਨਿੰਗ ਕੋਰਸਿਸ ਹੋਏਗਾ। ਫਿਰ ਤੁਸੀਂ ਆਪਣਾ ਪੋਰਟਫੋਲੀਓ ਬਣਾਓਗੇ। ਉਸ ਤੋਂ ਬਾਅਦ ਤੁਸੀਂ ਆਪਣਾ ਮਲਟੀ ਚੋਇਸ ਕੁਐਸਚਨ ਜੋ ਨੈਕਲੈਸ ਸੀ ਉਹ ਅਟੈਂਪਟ ਕਰੋਗੇ। ਫਿਰ ਤੁਸੀਂ OSCE ਦਾ ਐਗਜ਼ਾਮ ਦੋਗੇ। ਫਿਰ ਤੁਸੀਂ ਅਪਲਾਈ ਕਰੋਗੇ ਰਜਿਸਟ੍ਰੇਸ਼ਨ ਦੇ ਲਈ। ਉਸ ਤੋਂ ਬਾਅਦ ਤੁਸੀਂ ਆਪਣਾ ਓਰੀਐਂਟੇਸ਼ਨ ਪਾਰਟ 2 ਅਟੈਂਪਟ ਕਰਕੇ ਜੋ ਵੀ ਤੁਹਾਡੇ ਇਹ RN ਦੇ ਲਈ ਇੰਪਲੋਏ ਤੁਹਾਡਾ ਹੋਏਗਾ, ਤੁਸੀਂ ਉਹਦੇ ਅੱਗੇ ਪ੍ਰੋਸੀਜਰ ਫੋਲੋ ਕਰ ਸਕਦੇ ਹੋ। ਇਸ ਤੋਂ ਬਾਅਦ ਆ ਗਿਆ ਜੀ ਸਟਰੀਮ C। ਹੁਣ ਸਟਰੀਮ C ਆ ਗਏ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ ਚੁੱਕੇ ਨੇ ਤੇ ਉਹਨਾਂ ਕੁਆਲੀਫਿਕੇਸ਼ਨ ਨਹੀਂ ਹੈਗੀ ਓਵਰਸੀਜ਼ ਦੀ, ਬੈਚਲਰ ਨਰਸਿੰਗ ਜਾਂ ਕਿਸੇ ਹੋਰ ਦੀ, ਤਾਂ ਉਹ ਕੀ ਕਰਨਗੇ, ਉਹ ਆਪਣੇ ਸੈਲਫ ਚੈਕਿੰਗ ਕਰਨਗੇ ਤੇ ਉਹਨੂੰ ਦੇਖਿਆ ਕਿ ਕੁਆਲੀਫਿਕੇਸ਼ਨ ਸਬਸਟੈਂਸ਼ਲੀ ਇਕੁਅਲ ਨਹੀਂ ਹੈਗੀ, ਤਾਂ ਉਰੇ ਆ ਕੇ NMBA ਅਪਰੂਵਡ ਪ੍ਰੋਗਰਾਮ ਕਰਨਗੇ, ਬੈਚਲਰ ਨਰਸਿੰਗ ਜਾਂ ਮਾਸਟਰ ਨਰਸਿੰਗ ਕੋਰਸ ਕਰਨਗੇ ਉਰੇ ਆ ਕੇ। ਉਦੋਂ ਬਾਅਦ ਚੋਂ ਉਹ ਆਪਣਾ ਐਪਲੀਕੇਸ਼ਨ ਫੀਸ ਪੇ ਕਰਨਗੇ ਤੇ ਰਜਿਸਟ੍ਰੇਸ਼ਨ ਫੀਸ ਪੇ ਕਰਕੇ RN ਬਣ ਜਾਣਗੇ। ਹੁਣ ਜੀ ਜਿਹੜੇ ਇਹਦੇ ਵਿੱਚ ਆਪਾਂ ਸਿੰਪਲ ਇਹਦੇ ਵਿੱਚ ਕਹੀਏ ਤਾਂ ਸਟਰੀਮ C ਦੇ ਵਿੱਚ ਤਿੰਨ ਚੀਜ਼ਾਂ ਨੇ। ਤੁਸੀਂ ਆਪਣੀ ਕੁਆਲੀਫਿਕੇਸ਼ਨ ਚੈੱਕ ਕੀਤੀ, ਤੁਸੀਂ ਆਪਣਾ NMBA ਅਪਰੂਵਡ ਕਿਸੇ ਕਾਲਜ ਤੋਂ ਕੁਆਲੀਫਿਕੇਸ਼ਨ ਬੈਚਲਰ ਜਾਂ ਮਾਸਟਰ ਕੀਤੀ ਤੇ ਤੁਸੀਂ ਰਜਿਸਟ੍ਰੇਸ਼ਨ ਅਪਲਾਈ ਕਰਤੀ। ਹੁਣ ਜਿਹੜੀ ਸਕਿੱਲ ਅਸੈਸਮੈਂਟ ਆ ਉਹ ਹੈਗੇ ਤਿੰਨ ਤਰ੍ਹਾਂ ਦੀ। ਇਸ ਦੇ ਵਿੱਚ ਫੁੱਲ ਸਕਿੱਲ ਅਸੈਸਮੈਂਟ ਜੋ ਸਭ ਤੋਂ ਪਹਿਲੀ ਆ, ਉਸ ਦੇ ਵਿੱਚ ਕੀ ਹੁੰਦਾ, ਤੁਹਾਡੀ ਰਜਿਸਟ੍ਰੇਸ਼ਨ ਨਰਸ
ਜਿਹਦੇ ਕੋਲੇ ਇਹ ਰਜਿਸਟ੍ਰੇਸ਼ਨ ਨਹੀਂ ਹੈਗੀ ਆਸਟ੍ਰੇਲੀਆ ਦੀ, ਉਹ ਇਹਦੇ ਵਿੱਚ ਫੁੱਲ ਸਕਿੱਲ ਅਸੈਸਮੈਂਟ ਕਰਵਾਉਣਗੇ। ਉਹਨਾਂ ਵਾਸਤੇ ਚਾਹੀਦਾ ਕਿ ਬੈਚਲਰ ਨਰਸਿੰਗ ਹੋਵੇ ਕੈਨੇਡਾ, ਹਾਂਗਕਾਂਗ, ਆਇਰਲੈਂਡ, UK ਜਾਂ USA ਤੋਂ, ਜਾਂ RN ਹੋਵੇ ਇਨ ਦੀ ਸੇਮ ਕੰਟਰੀ। ਇਸ ਤੋਂ ਬਾਅਦ ਜੋ ਆ ਗਿਆ ਜੀ ਆਪਣਾ ਮੋਡੀਫਾਈਡ ਪਲੱਸ ਸਕਿੱਲ ਅਸੈਸਮੈਂਟ। ਤੁਹਾਡੇ ਕੋਲੇ ਤੁਸੀਂ RN ਨਹੀਂ ਹੈਗੇ ਆਸਟ੍ਰੇਲੀਆ ਦੇ ਵਿੱਚ, ਬਟ ਤੁਸੀਂ ਕਰੰਟ ਹੋਲਡ ਕਰਦੇ ਹੋ ਨੋਟਿਸ ਆਫ ਪ੍ਰਿੰਸੀਪਲ ਅਪਰੂਵਡ ਰਜਿਸਟ੍ਰੇਸ਼ਨ ਸਬਜੈਕਟ ਟੂ ਪ੍ਰੂਫ ਆਫ ਆਇਡੈਂਟੀ ਫਰੋਮ ਐਪਰਾ। ਤੁਹਾਡੇ ਕੋਲ ਐਪਰਾ ਦਾ ਲੈਟਰ ਹੈਗਾ। ਤਾਂ ਇੱਕ ਚੀਜ਼ ਇਹਦੇ ਵਿੱਚ ਹੋਰ ਧਿਆਨ ਰੱਖਣ ਦੀ ਗੱਲ ਹੈ, ਤੁਹਾਡੇ ਕੋਲੇ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਨਰਸ ਓਵਰਸੀਜ਼ ਦੀ। ਤੁਸੀਂ ਓਵਰਸੀਜ਼ ਐਜ਼ ਅ ਨਰਸ ਰਜਿਸਟਰ ਹੋਣੇ ਚਾਹੀਦੇ ਹੋ, ਤਾਂ ਤੁਸੀਂ ਮੋਡੀਫਾਈਡ ਪਲੱਸ ਸਕਿੱਲ ਅਸੈਸਮੈਂਟ ਕਰਵਾ ਸਕਦੇ ਹੋ। ਤੀਜੀ ਹੈਗੀ ਆ ਮੋਡੀਫਾਈਡ ਸਕਿੱਲ ਅਸੈਸਮੈਂਟ। ਜੇ ਤੁਸੀਂ RN ਹੈਗੇ ਹੋ ਨਿਊਜ਼ੀਲੈਂਡ ਦੇ ਵਿੱਚ, ਜਾਂ ਨਰਸਿੰਗ ਕਾਉਂਸਲ ਹੈਗੇ ਹੋ ਤੁਸੀਂ ਨਿਊਜ਼ੀਲੈਂਡ ਦੇ ਵਿੱਚ, ਤਾਂ ਤੁਸੀਂ ਡਾਇਰੈਕਟ ਆਪਣੀ ਮੋਡੀਫਾਈਡ ਸਕਿੱਲ ਅਸੈਸਮੈਂਟ ਕਰਵਾ ਸਕਦੇ ਹੋ। ਹੁਣ ਜੇ ਆਪਾਂ ਗੱਲ ਕਰੀਏ ਤੁਹਾਡੇ ਡਾਕੂਮੈਂਟ ਚੈੱਕਲਿਸਟ, ਕਿ ਤੁਹਾਨੂੰ ਕੀ ਡਾਕੂਮੈਂਟ ਚਾਹੀਦੇ ਨੇ RN ਬਣਨ ਵਾਸਤੇ। ਸਭ ਤੋਂ ਪਹਿਲਾਂ ਕਿ ਤੁਹਾਡਾ ਪ੍ਰੂਫ ਆਫ ਆਇਡੈਂਟੀ, ਜਿਹਦੇ ਵਿੱਚ ਤੁਹਾਡਾ ਪਾਸਪੋਰਟ ਆ ਸਕਦਾ, ਤੁਹਾਡਾ ਜੇ ਤੁਸੀਂ ਔਨਸ਼ੋਰ ਤਾਂ ਤੁਹਾਡਾ ਸਟੂਡੈਂਟ ਵੀਜ਼ੇ ਦੀ ਕਾਪੀ ਆ ਸਕਦੀ ਆ, ਅਤੇ ਜੇ ਤੁਹਾਨੇ ਕੋਈ ਨਾਮ ਚੇਂਜ ਕੀਤਾ ਤਾਂ ਤੁਹਾਡਾ ਉਹ ਐਫੀਡੇਵਿਟ ਆਏਗਾ। ਇਹ ਸਾਰੇ ਸਰਟੀਫਾਈਡ ਡਾਕੂਮੈਂਟ ਚਾਹੀਦੇ ਨੇ। ਜੇ ਤੁਹਾਡੇ ਨੇਟਿਵ ਲੈਂਗੁਏਜ ਦੇ ਵਿੱਚ ਨੇ ਤਾਂ ਉਹਨੂੰ ਟ੍ਰਾਂਸਲੇਟ ਕਾਪੀ ਚਾਹੀਦੀ ਹੈ ਉਸਦੀ ਇੰਗਲਿਸ਼ ਦੇ ਵਿੱਚ। ਸੈਕਿੰਡ ਡਾਕੂਮੈਂਟ ਆ ਗਿਆ ਤੁਹਾਡਾ ਐਕੈਡੈਮਿਕ। ਜੇ ਤੁਹਾਡਾ ਅਵਾਰਡ ਸਰਟੀਫਿਕੇਟ ਆਏਗਾ ਅਤੇ ਤੁਹਾਡੀ ਟ੍ਰਾਂਸਕ੍ਰਿਪਟ ਆਫ ਰੈਕਰਡਸ ਆਏਗਾ। ਟ੍ਰਾਂਸਕ੍ਰਿਪਟ ਆਫ ਰੈਕਰਡ ਦਾ ਮਤਲਬ ਹੁੰਦਾ ਤੁਹਾਡੇ DMC ਡਿਟੇਲ ਮਾਰਕਸ਼ੀਟ, ਤੁਸੀਂ ਉਹ ਸਬਮਿਟ ਕਰੋਗੇ ਆਪਣੇ ਨਾਲ। ਜੇ ਉਹ ਨੇਟਿਵ ਲੈਂਗੁਏਜ ਦੇ ਵਿੱਚ ਨੇ ਤਾਂ ਤੁਸੀਂ ਟ੍ਰਾਂਸਲੇਟ ਕਰਾ ਕੇ ਦੋਗੇ। ਤੀਜੀ ਹੈਗੀ ਆਪਣੀ ਇੰਗਲਿਸ਼ ਲੈਂਗੁਏਜ ਸਕਿੱਲਸ, ਕਿ ਤੁਹਾਡੀ ਪ੍ਰੋਫੀਸ਼ੈਂਸੀ ਕਿੰਨੀ ਆ। ਹੁਣ ਇਸਦੇ ਬਾਅਦ ਤੁਹਾਨੂੰ ਕੀ ਚਾਹੀਦਾ, ਜੇ ਤੁਸੀਂ ਹੈਗੇ ਹੋ 5 ਕੰਟਰੀਆਂ ਦੇ ਵਿੱਚੋਂ ਅਤੇ ਤੁਹਾਨੇ ਹਾਇਰ ਐਜੂਕੇਸ਼ਨ ਕੀਤੀ ਹੋਈ ਆ USA, ਸਾਊਥ ਅਫਰੀਕਾ, ਕੈਨੇਡਾ ਦੇ ਵਿੱਚੋਂ 5 ਸਾਲ ਦੇ ਵਿੱਚ ਤੁਹਾਨੇ ਕੀਤੀ ਹੋਈ ਆ, ਤਾਂ ਤੁਹਾਨੂੰ IELTS ਐਗਜ਼ਾਮ ਕਰ ਸਕਦੇ ਨੇ, IELTS PT ਜਾਂ ਇੰਗਲਿਸ਼ ਪ੍ਰੋਫੀਸ਼ੈਂਸੀ। ਜੇ ਨਹੀਂ ਹੈਗੀ ਤਾਂ ਤੁਹਾਨੂੰ IELTS PT OET ਦੇ ਵਿੱਚੋਂ 7 ਈਚ ਇਹ ਦੀ ਰਿਕੁਆਇਰਮੈਂਟ ਤੁਹਾਨੂੰ ਹੈਗੀ ਆ, ਚਾਹੇ ਤੁਸੀਂ 2 ਸੀਟਿੰਗ ਦੇ ਵਿੱਚ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਜੋ ਆ ਗਿਆ ਜੀ ਆਪਣਾ ਕ੍ਰਿਮੀਨਲ ਹਿਸਟਰੀ, ਕਿਉਂਕਿ ਇਹ ਕ੍ਰਿਮੀਨਲ ਹਿਸਟਰੀ ਦਾ ਮੈਟਰ ਤਾਂ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਨਰਸਿੰਗ ਇੱਕ ਬਹੁਤ ਨੋਬਲ ਪ੍ਰੋਫੈਸ਼ਨ ਆ। ਤੁਹਾਡੀ ਸਾਰੀ ਹਿਸਟਰੀ ਚੈੱਕ ਕੀਤੀ ਹੈ ਕਿ ਤੁਹਾਨੂੰ ਕੋਈ ਕ੍ਰਿਮੀਨਲ ਰੈਕਡ ਤਾਂ ਨਹੀਂ ਤੁਹਾਡਾ ਕੋਈ ਹੈਗਾ, ਉਹ ਤੁਹਾਡੇ ਨਾਲ ਅਟੈਚ ਕਰਕੇ ਦੇਣਾ ਪਊ। ਫਿਰ ਆ ਗਿਆ ਤੁਹਾਡਾ CV ਕੋਈ ਐ ਨਹੀਂ ਹੈਗਾ ਕਿ ਤੁਸੀਂ ਆਪਣਾ CV ਸਿੰਪਲ ਟੈਂਪਲੇਟ ਚੈੱਕ ਕੀਤਾ, ਤੁਹਾਨੂੰ ਉਹਦੇ ਵਿੱਚ ਫਿਲ ਕਰਕੇ ਭੇਜਤਾ। ਇਹਨਾਂ ਦੇ ਕ੍ਰਾਈਟੇਰੀਆ ਇੱਕ ਉਹ ਮੈਂ ਕ੍ਰਾਈਟੇਰੀਆ ਵਿੱਚ ਤੁਹਾਨੂੰ ਕੀ ਤੁਹਾਨੂੰ ਇਹਦੇ ਵਿੱਚ ਐਡ ਕਰਨਾ ਪਰਸਨਲ ਇਨਫੋਰਮੇਸ਼ਨ, ਤੁਹਾਡੀ ਕੁਆਲੀਫਿਕੇਸ਼ਨ, ਤੁਹਾਡਾ ਬਰੀਜ਼ਿੰਗ ਪ੍ਰੋਗਰਾਮ ਤੁਹਾਨੇ ਕੋਈ ਕੀਤਾ, ਤੁਹਾਡੇ ਕਲੀਨਿਕਲ ਸਕਿੱਲਸ ਕੀ ਨੇ, ਤੁਹਾਡੀ ਪ੍ਰੈਕਟਿਸ ਹਿਸਟਰੀ ਕੀ ਹੈ, ਤੁਹਾਨੇ ਕਿੱਥੇ ਕੰਮ ਕੀਤਾ। ਜੇ ਤੁਹਾਡੇ ਕੋਈ ਗੈਪ ਹੈਗਾ ਸਟੱਡੀ ਦੇ ਜਾਂ ਵਰਕ ਦੇ ਵਿੱਚ, ਤੁਸੀਂ ਉਹ ਵੀ ਐਕਸਪਲੇਨ ਕਰਨਾ ਕਿ ਉਹ ਗੈਪ ਕਿਉਂ ਆ। ਫਿਰ ਤੁਸੀਂ ਆਪਣੀ ਤੁਹਾਡੀ ਰਜਿਸਟ੍ਰੇਸ਼ਨ ਹਿਸਟਰੀ, ਤੁਹਾਨੇ ਕਦੋਂ ਅਪਲਾਈ ਕੀਤਾ ਸੀ, ਕਿੱਥੇ ਅਪਲਾਈ ਕੀਤਾ ਹੋਇਆ, ਤੁਹਾਡੇ ਰੈਫਰੈਂਸਿਸ, ਜੇ ਤੁਹਾਡੀ ਪਬਲੀਕੇਸ਼ਨ ਹੈਗੀ ਆ ਤੁਸੀਂ ਉਹ ਵੀ ਐਡ ਕਰੋਗੇ। ਥੱਲੇ ਸਾਈਨ ਅਤੇ ਡੇਟ ਤੁਹਾਨੂੰ ਜ਼ਰੂਰ ਪਾਉਣੀ ਹੈ। ਇਹ ਸਾਰੀ ਚੀਜ਼ਾਂ ਕਰਨ ਤੋਂ ਬਾਅਦ ਤੁਹਾਡੇ ਸਾਈਨ ਅਤੇ ਡੇਟ ਜ਼ਰੂਰ ਪਾ ਕੇ ਤੁਹਾਡਾ CV ਅਟੈਚ ਤੁਸੀਂ ਨਾਲ ਅਟੈਚ ਕਰਕੇ ਅਪਲਾਈ ਕਰ ਸਕਦੇ ਹੋ। ਫਿਰ ਆ ਗਿਆ ਤੁਹਾਡਾ ਸਟੇਟਮੈਂਟ ਆਫ ਸਰਵਿਸ ਫॉर ਦੀ ਲਾਸਟ 5 ਈਅਰਸ, ਜੋ ਵੀ ਤੁਹਾਡੀ ਸਰਵਿਸ ਕੀਤੀ ਹੈ ਲਾਸਟ 5 ਸਾਲ ਦੇ ਵਿੱਚ, ਉਹ ਤੁਹਾਨੂੰ ਅਟੈਚ ਕਰਨ ਨਾਲ। ਫਿਰ ਇਸ ਤੋਂ ਬਾਅਦ 6ਵਾਂ ਆ ਗਿਆ ਆਪਣਾ ਪ੍ਰੋਫੈਸ਼ਨਲ ਇੰਡੈਮਨਿਟੀ ਇੰਸ਼ੋਰੈਂਸ ਅਰੇਂਜਮੈਂਟਸ, ਤੁਹਾਨੂੰ ਇਹ ਨਾਲ ਅਟੈਚ ਕਰਨੇ ਨੇ ਕਿ ਤੁਹਾਡੇ ਇੰਸ਼ੋਰੈਂਸ ਦੀ ਇੰਡੈਮਨਿਟੀ ਤੁਹਾਨੂੰ ਕੌਣ ਕਰੇਗਾ। 7 ਤੇ ਜਿਹੜੀ ਸਭ ਤੋਂ ਮੇਨ ਚੀਜ਼ ਹੈ, ਤੁਹਾਨੂੰ ਸਾਰੇ ਡਾਕੂਮੈਂਟ ਆਪਰਾਂ ਨੂੰ ਡਾਇਰੈਕਟਲੀ ਤੁਹਾਨੂੰ ਭੇਜਣੇ ਨੇ। ਹੁਣ ਇਹ ਸਾਰੇ ਤੁਹਾਡੇ ਡਾਕੂਮੈਂਟ ਤੁਹਾਨੂੰ ਪੂਰੇ ਕਰ ਲਏ। ਇਸ ਤੋਂ ਬਾਅਦ ਤੁਸੀਂ ਸੋਚ ਰਹੇ ਹੋ ਹੁਣ ਤੁਸੀਂ ਹੈਗੇ ਆਫਸ਼ੋਰ, ਤਾਂ ਤੁਹਾਨੂੰ ਕਿਵੇਂ ਆਪਾਂ ਜੇ ਕਿ ਸਿੰਪਲ ਕਿਵੇਂ ਤੁਹਾਨੂੰ ਸਟੈਪ ਬਾਈ ਸਟੈਪ ਕਿਵੇਂ ਕਰਨਾ। ਜੇ ਤੁਸੀਂ ਆਫਸ਼ੋਰ ਦੇ ਵਿੱਚ ਹੈਗੇ ਹੋ, ਸਭ ਤੋਂ ਪਹਿਲਾਂ ਤੁਸੀਂ ਆਪਣਾ ਸੈਲਫ ਚੈੱਕ ਕਰੋਗੇ। ਫਿਰ ਤੁਸੀਂ ਆਪਣਾ ਪਾਰਟ 1 ਓਰੀਐਂਟੇਸ਼ਨ ਅਟੈਂਪਟ ਕਰੋਗੇ ਅਤੇ ਪੋਰਟਫੋਲੀਓ ਬਣਾਓਗੇ। ਨੈਕਸਟ ਦਾ ਐਗਜ਼ਾਮ ਦੋਗੇ ਅਤੇ ਉਸ ਤੋਂ ਬਾਅਦ 'ਚੋਂ ਕਿਉਂਕਿ ਤੁਸੀਂ ਜਿਹੜਾ OSCE ਐਗਜ਼ਾਮ ਆ ਤੁਹਾਨੂੰ ਆਸਟ੍ਰੇਲੀਆ ਕਰ ਸਕਦੇ ਹੋ। ਤੁਸੀਂ ਕੋਈ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ, ਚਾਹੇ ਵਿਜ਼ਟਰ ਵੀਜ਼ਾ ਮੇਨ ਸਟ੍ਰੀਮ ਅਪਲਾਈ ਕਰੋ। ਆਸਟ੍ਰੇਲੀਆ ਆ ਕੇ ਤੁਸੀਂ ਆਪਣਾ OSCE ਦਾ ਟੈਸਟ ਅਟੈਂਪਟ ਪੂਰਾ ਕਰਕੇ NMB ਰਜਿਸਟ੍ਰੇਸ਼ਨ ਕਰਾਓਗੇ। ਫਿਰ ਆਪਣਾ ਪਾਰਟ 2 ਓਰੀਐਂਟੇਸ਼ਨ ਪੂਰਾ ਕਰੋਗੇ ਅਤੇ NMAC ਦੇ ਲਈ ਅਪਲਾਈ ਕਰ ਲਓਗੇ, ਚਾਹੇ ਆਸਟ੍ਰੇਲੀਆ ਵਿੱਚ ਚਾਹੇ ਆਫਸ਼ੋਰ ਜਾ ਕੇ, ਅਤੇ ਆਪਣੀ EOI ਸਬਮਿਟ ਕਰ ਸਕਦੇ ਹੋ। ਸੈਕਿੰਡ ਆਪਸ਼ਨ ਆ ਗਈ, ਤੁਸੀਂ ਆਸਟ੍ਰੇਲੀਆ ਦੇ ਵਿੱਚ ਹੀ ਹੈਗੇ ਹੋ ਤਾਂ ਤੁਸੀਂ ਕੀ ਕਰੋਗੇ। ਤੁਸੀਂ ਆਸਟ੍ਰੇਲੀਆ ਦੇ ਵਿੱਚ ਹੈਗੇ ਹੋ, ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਹੋਊਗਾ ਜਾਂ ਤੁਸੀਂ ਸਟੂਡੈਂਟ ਵੀਜ਼ੇ ਉੱਤੇ ਹੈਗੇ ਹੋ। ਤੁਸੀਂ ਆਪਣੀ ਪਾਰਟ 1 ਅਤੇ ਆਪਣਾ ਨੈਕਸਟ ਐਗਜ਼ਾਮ ਕਲੀਅਰ ਕਰੋਗੇ। ਉਸਕੇ ਵਾਸਤੇ ਐਡਰ ਦੇ ਵਿੱਚ ਆਪਣੀ ਬੁਕਿੰਗ ਕਰਵਾਓਗੇ। ਕਲੀਅਰ ਕਰਕੇ ਤੁਸੀਂ ਆਪਣੀ ਪੋਰਟਫੋਲੀਓ ਓਰੀਐਂਟੇਸ਼ਨ ਪਾਰਟ 2 ਕਰਕੇ RN ਲਈ ਅਪਲਾਈ ਕਰ ਦੋਗੇ। ਤਾਂ ਇਹ ਸਾਰੀ ਚੀਜ਼ਾਂ ਤੁਹਾਨੂੰ ਧਿਆਨ ਰੱਖਣ ਵਾਲੀ ਗੱਲ ਹੈ ਕਿ ਤੁਸੀਂ ਇਹ ਸਾਰੀ ਚੀਜ਼ਾਂ ਫੋਲੋ ਕਰਕੇ ਤੁਸੀਂ RN ਬਣ ਸਕਦੇ ਹੋ। ਹੁਣ
ਜੇ ਇਸ ਤੋਂ ਇਲਾਵਾ ਜੇ ਤੁਹਾਨੂੰ ਕੁਐਸਚਨ ਜਾਂ ਤੁਹਾਡਾ ਕੋਈ ਰਹਿ ਗਿਆ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਆ ਰਿਹਾ ਹੋਵੇ, ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਦੇ ਉੱਤੇ ਕਮੈਂਟ ਜਾਂ ਸਾਡੇ ਆਪਣੇ ਲਾਈਵ ਸੈਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ, ਜਾਂ ਸਾਨੂੰ ਫੋਨ ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਪਾ ਦੇਵਾਂਗੇ। ਜੇ ਤੁਹਾਡਾ ਕੋਈ ਵੀ ਕੁਐਸਚਨ ਹੈ ਤੁਸੀਂ ਸਾਨੂੰ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ। ਧੰਨਵਾਦ ਜੀ।